इंसाफ ਜਿਹੜਾ ਬਹੁਤ ਲੇਟ ਆ, ਡਿਲੇ ਆ ਬਹੁਤ ਜ਼ਿਆਦਾ। ਤਕਰੀਬਨ 5 ਸਾਲ ਬੀਤ ਚੁੱਕੇ ਆ, ਪਰ ਅੱਜ ਵੀ ਇੱਕ ਇਨਸਾਫ ਦੀ ਆਸ ਲੈ ਕੇ ਅਸੀਂ ਅਦਾਲਤਾਂ ਦੇ ਜਿਹੜੇ ਧੱਕੇ ਖਾ ਰਹੇ ਹਾਂ। ਹੋ ਸਕਦਾ ਸੀਗਾ ਇਹ ਇਨਸਾਫ ਆ ਜਿਹੜਾ ਬਹੁਤ ਜਲਦੀ ਦੇ ਦਿੰਦੇ, ਕਿਉਂਕਿ ਇਹਨਾਂ ਨੂੰ ਪਤਾ ਸੀ ਸਭ ਕੁਝ ਉਸ ਟਾਈਮ ਦੇ ਮੌਜੂਦਾ ਹੁਕਮਰਾਨ ਰਹੇ ਆ, ਅਖੌਤੀ ਪੰਥਕ ਸਰਕਾਰ ਕਹਾਉਣ ਵਾਲੇ ਅਕਾਲੀ ਦਲ ਦੇ ਜਿਹੜੇ ਬਾਦਲ ਪਰਿਵਾਰ ਉਸ ਟਾਈਮ ਦਾ ਸੱਤਾ ਦੇ ਵਿੱਚ ਸੀਗਾ, ਉਹ ਇਨਸਾਫ ਦੇਣਾ ਚਾਹੁੰਦੇ ਉਸ ਟਾਈਮ ਦੇ ਦਿੰਦੇ। ਕੈਪਟਨ ਸਰਕਾਰ ਕਿਤੇ ਨਾ ਕਿਤੇ ਜਿਹੜੀ ਆਪਣੀ ਦੋਸਤੀ ਆ ਬਾਦਲਾਂ ਦੇ ਨਾਲ ਬਾਖੂਬੀ ਆ ਚੰਗਾ ਰੋਲ ਨਿਭਾ ਰਹੇ ਆ। ਸੋ ਬਹੁਤ ਇਹਨਾਂ ਡਿਲੇ ਕੀਤਾ ਹੋਇਆ, ਪਰ ਇੱਕ ਆਸ ਤੇ ਆ ਜਿਹੜਾ ਅੱਜ ਵੀ ਅਸੀਂ ਚੱਲ ਰਹੇ ਹਾਂ। CBI ਭਾਜਪਾ ਦੀ ਇੱਕ ਕਠਪੁਤਲੀ ਆ, ਕੇਂਦਰ ਦੇ ਅੰਡਰ ਚੱਲਦੀ ਹੈ ਤੇ ਭਾਜਪਾ ਦੀ ਬਾਦਲਾਂ ਦੇ ਨਾਲ ਗੂੜੀ ਜਾਰੀ ਆ, ਜਿਹਦਾ ਉਹ ਸਬੂਤ ਬਹੁਤ ਬਾਖੂਬੀ ਦੇ ਰਹੇ ਆ ਲੋਕਾਂ ਨੂੰ। ਪਰ ਇਹ ਗੱਲ ਹੈ ਨਾ ਜੀ ਸੁਖਰਾਜ ਜੀ, CBI ਤੇ ਤੁਸੀਂ ਗੱਲ ਕੀਤੀ ਹੈ ਵੀ ਉਹ ਬਚਾ ਰਹੀ ਹੈ ਡੇਰਾ ਮੁਖੀ ਨੂੰ, ਪਰ ਡੇਰਾ ਮੁਖੀ ਨੂੰ ਜੇ CBI ਦੀ ਤੁਸੀਂ ਗੱਲ ਕਰ ਰਹੇ ਹੋ, CBI ਨੇ ਤਾਂ ਡੇਰਾ ਮੁਖੀ ਨੂੰ ਅੰਦਰ ਕੀਤਾ ਸੀਗਾ। ਉਹਨਾਂ ਦੀ ਉਹ ਮਜਬੂਰੀ ਹੋ ਸਕਦੀ ਆ, ਕੋਈ ਪੋਲੀਟੀਕਲੀ ਸਟੰਟ ਹੋ ਸਕਦਾ ਉਸ ਟਾਈਮ ਦਾ, ਉਹਨੂੰ ਅੰਦਰ ਕਰਨਾ ਉਹਦਾ ਮੋਟਿਵ ਕੀ ਸੀਗਾ। ਪਰ ਉਹਨਾਂ ਨੂੰ ਅੰਦਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਉਹਨੂੰ ਅੰਦਰ ਕੀ ਪਤਾ ਕਿੱਦਾਂ ਦੀਆਂ ਸਹੂਲਤਾਂ ਮਿਲ ਰਹੀਆਂ। ਬਾਦਲ ਉਸ ਟਾਈਮ ਘਰੇ ਆਉਂਦਾ ਹੈ ਤਾਂ ਉਹ ਵੀ ਆਪਣੀ ਗੁੰਡਾਗਰਦੀ ਤਹਿਤ ਸਾਨੂੰ ਸਾਡੇ ਘਰ 'ਚ ਨਜ਼ਰਬੰਦ ਕੀਤਾ ਜਾਂਦਾ। ਗਲੀ ਦੇ ਵਿੱਚ 2-2 3-3 ਮੀਟਰ ਤੇ ਪੁਲਿਸ ਲਾਈ ਜਾਂਦੀ ਆ। ਇੰਨਾ ਕੁ ਨਜ਼ਰਬੰਦ ਕਰਕੇ ਰੱਖਿਆ ਜਾਂਦਾ ਵੀ ਉਹਨੂੰ ਕੁਛ ਅਸੀਂ ਕਹਿ ਨਾ ਸਕੀਏ, ਸਵਾਲ ਨਹੀਂ ਪੁੱਛਣ ਦਿੰਦਾ। ਮੀਡੀਆ ਦੇ ਥਰੂ ਇੱਕ ਘਰੇ ਆਉਂਦਾ, ਮੀਡੀਆ 'ਚ ਗੱਲਾਂ ਜਾਂਦੀਆਂ ਵੀ ਹਾਂ ਇਹ ਘਰੇ ਆਇਆ। ਮਾਤਾ ਜੀ ਆਖਰੀ ਗੱਲ ਜਿਹੜੀ ਹੈ ਕਿਸ਼ਨ ਭਗਵਾਨ ਸਿੰਘ ਨਾਲ ਤੁਹਾਡੀ ਕਦੋਂ ਹੋਈ ਸੀ? ਜੀ ਘੰਟਾ ਜਾਣ ਤੋਂ ਪਹਿਲਾਂ। ਬਹਿਬਲ ਗੋਲੀਕਾਂਡ ਦੇ ਮਾਮਲੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਕਿਸ਼ਨ ਭਗਵਾਨ ਸਿੰਘ ਜੀ, ਅੱਜ ਉਹਨਾਂ ਦੇ ਪਰਿਵਾਰ ਕੋਲ ਅਸੀਂ ਪਹੁੰਚੇ ਹਾਂ, ਉਹਨਾਂ ਦੇ ਪਿੰਡ ਬਹਿਬਲ ਖੁਰਦ ਦੇ ਵਿੱਚ। ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਬੇਟੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਨੂੰ ਫਿਰ ਤੋਂ ਜਿਹੜੀ ਇਨਸਾਫ ਦੀ ਜਿਹੜੀ ਆਸ ਦੀ ਕਿਰਨ ਜਾਗੀ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ, ਕਿਉਂਕਿ ਲੰਬਾ ਸਮਾਂ ਹੋ ਗਿਆ, 5 ਸਾਲ ਦਾ ਸਮਾਂ ਹੋ ਗਿਆ। ਸੁਖਰਾਜ ਸਿੰਘ ਜੀ, 5 ਸਾਲ ਦਾ ਸਮਾਂ ਹੋ ਗਿਆ ਇਨਸਾਫ ਲਈ ਬੈਠੇ ਹੋ, ਹੁਣ ਕੀ ਲੱਗਦਾ ਹੈ? ਕਿਉਂਕਿ ਸੈੱਟ ਵੱਲੋਂ ਬੜੀ ਤੇਜ਼ੀ ਲਿਆਂਦੀ ਗਈ ਹੈ, ਕੀ ਮੰਨਦੇ ਹੋ? ਦੇਖੋ, ਇਨਸਾਫ ਜਿਹੜਾ ਬਹੁਤ ਲੇਟ ਆ, ਡਿਲੇ ਆ ਬਹੁਤ ਜ਼ਿਆਦਾ। ਤਕਰੀਬਨ 5 ਸਾਲ ਬੀਤ ਚੁੱਕੇ ਆ, ਪਰ ਅੱਜ ਵੀ ਇੱਕ ਇਨਸਾਫ ਦੀ ਆਸ ਲੈ ਕੇ ਅਸੀਂ ਅਦਾਲਤਾਂ ਦੇ ਜਿਹੜੇ ਧੱਕੇ ਖਾ ਰਹੇ ਹਾਂ ਜਾਂ ਉੱਥੇ ਆਪਣੀ ਬਣਦਾ ਯੋਗਦਾਨ ਜਿਹੜਾ ਪਾ ਰਹੇ ਹਾਂ। ਪਰ ਹੋ ਸਕਦਾ ਸੀਗਾ ਇਹ ਇਨਸਾਫ ਆ ਜਿਹੜਾ ਬਹੁਤ ਜਲਦੀ ਦੇ ਦਿੰਦੇ, ਕਿਉਂਕਿ ਇਹਨਾਂ ਨੂੰ ਪਤਾ ਸੀ ਸਭ ਕੁਝ ਉਸ ਟਾਈਮ ਦੇ ਮੌਜੂਦਾ ਹੁਕਮਰਾਨ ਰਹੇ ਆ, ਅਖੌਤੀ ਪੰਥਕ ਸਰਕਾਰ ਕਹਾਉਣ ਵਾਲੇ ਅਕਾਲੀ ਦਲ ਦੇ ਜਿਹੜੇ ਬਾਦਲ ਪਰਿਵਾਰ ਉਸ ਟਾਈਮ ਦਾ ਸੱਤਾ ਦੇ ਵਿੱਚ ਸੀਗਾ, ਉਹ ਇਨਸਾਫ ਦੇਣਾ ਚਾਹੁੰਦੇ ਉਸ ਟਾਈਮ ਦੇ ਦਿੰਦੇ। ਪਰ ਅੱਜ ਵੀ ਜਿਹੜਾ ਇਨਸਾਫ ਆ ਉਹਨੂੰ ਲਮਕਾਇਆ ਜਾ ਰਿਹਾ। ਕੈਪਟਨ ਸਰਕਾਰ ਕਿਤੇ ਨਾ ਕਿਤੇ ਜਿਹੜੀ ਆਪਣੀ ਦੋਸਤੀ ਆ ਬਾਦਲਾਂ ਦੇ ਨਾਲ ਬਾਖੂਬੀ ਆ ਚੰਗਾ ਰੋਲ ਨਿਭਾ ਰਹੇ ਆ। ਸੋ ਬਹੁਤ ਇਹਨਾਂ ਨੇ ਡਿਲੇ ਕੀਤਾ ਹੋਇਆ, ਪਰ ਇੱਕ ਆਸ ਤੇ ਆ ਜਿਹੜਾ ਅੱਜ ਵੀ ਅਸੀਂ ਚੱਲ ਰਹੇ ਹਾਂ। ਇੱਕ ਆਸ ਲੈ ਕੇ ਬਈ ਇਨਵੈਸਟੀਗੇਸ਼ਨ ਵਧੀਆ ਚੱਲ ਰਹੀ ਆ। ਅੱਜ ਦੇ ਦਿਨਾਂ 'ਚ ਇੱਕ ਡੇਰਾ ਪ੍ਰੇਮੀ ਆ ਜਿਹੜੇ ਬੇਅਦਬੀ ਨੂੰ ਲੈ ਕੇ ਫੜੇ ਗਏ ਆ, ਉਹਨਾਂ ਨੂੰ ਵੀ, ਤੇ ਦੂਸਰੀ ਸੈੱਟ ਜਿਹੜੀ ਗੋਲੀਕਾਂਡ ਬਹਿਬਲ ਕਲਾਂ ਤੇ ਕੋਟਕਪੂਰਾ ਤੇ ਆ, ਉਹਦੀ ਜਾਂਚ ਆ ਜਿਹੜੀ IG ਕਮਲ ਵਿਜੇ ਪ੍ਰਤਾਪ ਹੋਣੀ ਆ ਬਹੁਤ ਵਧੀਆ ਸੱਜੇ ਢੰਗ ਨਾਲ ਕਰ ਰਹੇ ਆ। ਸੋ ਇੱਕ ਆਸ ਦੀ ਕਿਰਨ ਲੈ ਕੇ ਅਸੀਂ ਨਾਲ ਚੱਲ ਰਹੇ ਹਾਂ। ਕੀ ਸੁਖਰਾਜ ਸਿੰਘ ਜੀ ਲੱਗਦਾ ਨਹੀਂਗਾ ਜੇ ਸਰਕਾਰ ਜਦੋਂ ਬਣੀ ਹੈ, ਉਹਨਾਂ ਦਾ ਮੁੱਖ ਮੁੱਦਾ ਸੀਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਇਨਸਾਫ ਮਿਲੂਗਾ ਲੋਕਾਂ ਨੂੰ, ਗੋਲੀਕਾਂਡ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਗਈਆਂ ਉਹਨਾਂ ਨੂੰ ਇਨਸਾਫ ਮਿਲੂਗਾ। 3.5 ਸਾਲ ਲੰਘ ਗਏ, ਕੀ ਲੱਗਦਾ ਕਿ ਸਿਰਫ ਉਹ ਮੁੱਦੇ ਸੀਗੇ ਜਾਂ ਉਹ ਸਰਕਾਰ ਬਣਾਉਣ ਦਾ ਉੱਥੋਂ ਤੱਕ ਹੀ ਸੀਮਤ ਸੀ? ਦੇਖੋ, ਉਹ ਇੱਕ ਰਾਜਨੀਤੀ ਸੀ। ਸਾਡੇ ਪੰਜਾਬ ਦੇ ਲੋਕ ਇੰਨੇ ਕੁ ਭਾਵੁਕ ਹੋ ਚੁੱਕੇ ਸੀ, ਬੇਅਦਬੀ ਪ੍ਰਤੀ ਇੱਕ ਸੈਂਸਿਟਿਵ ਮੁੱਦਾ ਸੀਗਾ। ਗੁਰੂ ਦੀ ਬੇਅਦਬੀ ਹੋਣੀ ਬਹੁਤ ਵੱਡੀ ਗੱਲ ਹੈ ਇੱਕ ਸਿੱਖ ਵਾਸਤੇ। ਸੋ ਕੈਪਟਨ ਸਾਹਿਬ ਨੇ ਉਸ ਟਾਈਮ ਰੈਲੀਆਂ 'ਚ ਸੰਬੋਧਨ ਕਰਦਿਆਂ ਨੇ ਇਹੀ ਗੱਲਾਂ ਕਹੀਆਂ ਬਈ ਜਿਹੜੀ ਬੇਅਦਬੀ ਆ ਇਹਦੀਆਂ ਪੈੜਾਂ ਬਾਦਲ ਦੇ ਘਰ ਨੂੰ ਜਾਂਦੀਆਂ, ਲੰਬੀ ਪਿੰਡ ਨੂੰ ਜਾਂਦੀਆਂ। ਸੋ ਲੋਕਾਂ ਨੇ ਉਤਸ਼ਾਹ ਦੇ ਵਿੱਚ ਆ ਕੇ ਉਹਨਾਂ ਦਾ ਜਿਹੜਾ 10 ਸਾਲ ਦਾ ਕਾਰਜਕਾਲ ਸੀ ਉਹ ਨਹੀਂ ਦੇਖਿਆ। ਇੱਕ ਬੇਅਦਬੀ ਹੈ ਜਿਹੜੀ ਉਹ, ਅਤੇ ਦੂਸਰੀ ਗੱਲ ਇਹ ਸੀਗੀ ਵੀ ਲੋਕਾਂ ਨੂੰ ਇੰਨਾ ਕੁ ਗੁੱਸਾ ਸੀਗਾ, ਉਹਨਾਂ ਨੇ ਅਨੇਕਾਂ ਪਰਿਵਾਰ ਜਿਹੜੇ ਸੀਗੇ, ਜੇ ਰਾਜਨੀਤਿਕ ਗੱਲ ਕਰੀਏ ਤਾਂ ਲੋਕਾਂ ਦੇ ਮੁੰਡੇ ਆ ਜਿਹੜੇ ਨਸ਼ਿਆਂ 'ਤੇ ਉਹਨਾਂ ਦੇ ਦੌਰ ਦੇ ਵਿੱਚ ਲੱਗੇ ਹੋਏ ਸੀ, ਲੋਕ ਅੱਕੇ ਹੋਏ ਸੀਗੇ, ਤਾਂ ਲੋਕਾਂ ਨੇ ਉਹਨਾਂ ਤੋਂ ਕਿਨਾਰਾ ਕਰਕੇ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਲੈ ਕੇ ਆਉਂਦੀ ਸੀ। ਅਤੇ ਕਾਂਗਰਸ ਸਰਕਾਰ ਨੇ ਵੀ ਹੁਣ ਲੋਕਾਂ ਦੇ ਪਿੱਠ 'ਚ, ਸੰਗਤਾਂ ਦੇ ਪਿੱਠ 'ਚ ਛੁਰਾ ਮਾਰਿਆ ਕਿ ਉਹਨਾਂ ਨਾਲ ਭਾਈਵਾਲਤਾ ਜ਼ਰੂਰੀ ਸਮਝ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣ ਦੀ ਥਾਂ 'ਤੇ ਉਹਨਾਂ ਦੇ ਇਲਾਜ ਆ ਜਿਹੜੇ
ਜਿਹੜੇ ਇਲਾਜਾਂ ਦੇ ਬਿੱਲ ਪਾਸ ਆ 2-2 ਕਰੋੜ 3-3 ਕਰੋੜ ਰੁਪਈਆ ਜਾਂ ਜੋ ਵੀ ਉਹਨਾਂ ਦੇ ਖਰਚੇ ਆ ਸਰਕਾਰੀ, ਉਹ ਚੱਕੇ ਜਾ ਰਹੇ ਆ, ਉਹ ਬਾਖੂਬੀ ਪਾਸ ਕੀਤੇ ਜਾ ਰਹੇ ਆ। ਅਤੇ ਜਿਹੜੇ ਕਰਮਚਾਰੀ ਕੰਮ ਕਰਦੇ ਆ ਸਰਕਾਰ ਦੇ ਵਿੱਚ, ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਡਿਲੇ ਕੀਤੀਆਂ ਜਾ ਰਹੀਆਂ। ਸੋ ਉਹਨਾਂ ਨਾਲ ਭਾਈਵਾਲਤਾ ਜਿਹੜੀ ਚੰਗੀ ਬਣਾਈ ਜਾ ਰਹੀ ਆ ਅਤੇ ਇਨਸਾਫ ਦੇਣ ਦੀ ਗੱਲ ਆ ਜਿਹੜੀ ਕਦੇ ਨਹੀਂ ਕੀਤੀ ਜਾ ਰਹੀ। ਜਦੋਂ ਵੋਟਾਂ ਆਉਂਦੀਆਂ ਉਦੋਂ ਥੋੜ੍ਹਾ ਜਿਹਾ ਇੱਕ ਅੱਧਾ ਬੰਦਾ ਕੋਈ ਨਾਮਵਰ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਆ। ਹੁਣ ਵੀ ਕੋਈ ਇਹਨਾਂ ਦਾ ਹੋ ਸਕਦਾ ਜਿਹੜੀ ਸੈੱਟ ਉਸ ਟਾਈਮ ਦੀ ਪ੍ਰੇਮੀਆਂ ਨੂੰ ਫੜਦੀ ਸੀ, ਉਹੀ 5 ਪ੍ਰੇਮੀ ਉਹਨਾਂ ਦੇ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਆਏ ਆ, ਉਹੀ ਫੜ ਕੇ ਫਿਰ ਅੰਦਰ ਦਿੱਤੇ ਗਏ। ਤਾਂ ਹੋ ਸਕਦਾ ਕੋਈ ਨਵੀਂ ਇਹਨਾਂ ਦੇ ਮਨ 'ਚ ਗੱਲ ਚੱਲਦੀ ਹੋਵੇ ਜਿਹਦੇ ਨਾਲ ਲੋਕਾਂ ਨੂੰ ਇੱਕ ਉਤਸ਼ਾਹਿਤ ਕਰਦੇ ਹੋਣ ਵੀ ਤੁਹਾਨੂੰ ਇਨਸਾਫ ਆ ਜਿਹੜਾ ਅਸੀਂ ਜਲਦੀ ਦੇਵਾਂਗੇ। ਸਰਕਾਰ ਦੀ ਕਿਤੇ ਨਾ ਕਿਤੇ ਮਜਬੂਰੀ ਵੀ ਬਣ ਸਕਦੀ ਹੈ, ਕਿਉਂਕਿ ਇਹ ਕੇਸ ਜਿਹੜਾ CBI ਦੇ ਅਧੀਨ ਚੱਲ ਰਿਹਾ ਸੀ, ਜਿਹੜਾ ਇੰਨਾ ਟਾਈਮ ਲੰਘਿਆ, ਹੋ ਸਕਦਾ CBI ਕਰਕੇ ਜਿਹੜਾ ਇੰਨਾ ਲੇਟ ਹੋਇਆ ਹੋਵੇ। ਹੁਣ CBI ਦੀ ਜਾਂਚ ਪਿੱਛੇ ਮੁਕੰਮਲ ਹੋਈ, ਦੁਬਾਰਾ ਉਹਨਾਂ ਨੇ ਇਹ ਉਠਾਇਆ। ਦੇਖੋ ਸਰਕਾਰ ਦੀ ਕੋਈ ਇਹ 'ਚ ਮਜਬੂਰੀ ਨਹੀਂ ਕਹਿ ਸਕਦੇ, ਕਿਉਂਕਿ CBI ਹੈ ਜਿਹੜੀ ਉਹ ਸੌਦਾ ਸਾਧ ਨੂੰ ਬਚਾਉਣ ਦੇ ਵਿੱਚ ਆ। ਪ੍ਰੇਮੀਆਂ ਦਾ ਜਿਹੜੇ ਪੈਰੋਕਾਰ ਸੌਦਾ ਸਾਧ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਆ ਬਲਾਤਕਾਰੀ ਕੇਸ ਦੇ ਵਿੱਚ। ਸੋ CBI ਨੇ ਕਲੋਜ਼ਰ ਰਿਪੋਰਟ ਦੇਤੀ ਵੀ ਇੱਥੇ ਕੁਛ ਹੋਇਆ ਹੀ ਨਹੀਂ। ਉਹਨਾਂ ਦੇ ਕਹਿਣ ਦਾ ਮਤਲਬ ਇੱਥੇ ਕੋਈ ਗੱਲ ਹੀ ਨਹੀਂ ਹੋਈ। ਉਹਨਾਂ ਨੇ ਤਾਂ ਇੱਕ ਨਿੱਕੀ ਜਿਹੀ ਗੱਲ ਕਹਿ ਕੇ ਕੇਸ ਜਿਹੜਾ ਕਲੋਜ਼ ਕਰਤਾ ਸੀ। ਪਰ ਪੰਜਾਬ ਦੀ ਜਿਹੜੀ ਸੈੱਟ ਉਸ ਟਾਈਮ ਬਣਾਈ ਹੋਈ ਸੀ, ਉਹਨਾਂ ਨੇ ਫਿਰ ਇਨਵੈਸਟੀਗੇਸ਼ਨ ਉਹਨਾਂ ਦੀ ਚੱਲ ਰਹੀ ਸੀ, ਉਹਨਾਂ ਨੂੰ ਕਿਤੇ ਕੋਈ ਰੋਕਿਆ ਨਹੀਂ ਗਿਆ ਸੀ, ਰੋਕ ਨਹੀਂ ਸੀ। ਉਹਨਾਂ ਨੇ ਉਹੀ ਫਿਰ ਜਿਹੜੇ ਉਸ ਟਾਈਮ 5-7 ਬੰਦੇ ਜਿਹੜੇ ਫੜੇ ਸੀਗੇ, ਉਹਨਾਂ ਦੇ ਵਿੱਚ ਇੱਕ ਦੀ ਮੌਤ ਜਿਹੜੀ ਨਾਭਾ ਜੇਲ੍ਹ ਦੇ ਵਿੱਚ ਹੋ ਚੁੱਕੀ ਆ। ਤਾਂ ਉਸੇ ਤਰ੍ਹਾਂ ਜਿਹੜੇ ਉਹੀ ਬੰਦੇ ਸੀ ਉਹਨਾਂ ਨੂੰ ਫਿਰ ਫੜ ਕੇ ਇਹਨਾਂ ਨੇ ਲੈ ਕੇ ਆਂਦਾ, ਦੁਬਾਰਾ ਰਿਮਾਂਡ ਲਿਆ ਉਹਨਾਂ ਦਾ, ਦੁਬਾਰਾ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਦਿੱਤਾ ਗਿਆ। ਤਾਂ ਪਰ ਕਿਤੇ ਨਾ ਕਿਤੇ ਜਿਹੜੀ ਆ ਇਹ ਗੱਲ 5-4 ਬੰਦਿਆਂ 'ਤੇ ਰੋਕਣੀ ਚਾਹੁੰਦੇ ਆ, ਕਿਉਂਕਿ ਜਿਹੜੀ ਬੇਅਦਬੀ ਆ ਉਹ 5-4 ਬੰਦਿਆਂ ਦਾ ਕੰਮ ਨਹੀਂ ਆ। ਸੋ ਇਹਦੇ ਵਿੱਚ ਬਹੁਤ ਵੱਡੇ ਬੰਦੇ ਇਨਵੋਲਵ ਆ। ਉਹਨਾਂ ਨੂੰ ਫੜਨ ਦੀ ਥਾਂ 'ਤੇ CBI ਜਿਹੜੀ ਅੜਿੱਕਾ ਬਣ ਰਹੀ ਆ, ਕਿਤੇ ਉਹਨਾਂ ਤੱਕ ਹੱਥ ਨਾ ਆ ਜੇ। CBI ਭਾਜਪਾ ਦੀ ਇੱਕ ਕਠਪੁਤਲੀ ਆ, ਕੇਂਦਰ ਦੇ ਅੰਡਰ ਚੱਲਦੀ ਆ ਅਤੇ ਭਾਜਪਾ ਦੀ ਬਾਦਲਾਂ ਦੇ ਨਾਲ ਗੂੜੀ ਜਾਰੀ ਆ, ਜਿਹਦਾ ਉਹ ਸਬੂਤ ਬਹੁਤ ਬਾਖੂਬੀ ਦੇ ਰਹੇ ਆ ਲੋਕਾਂ ਨੂੰ। ਪਰ ਇਹ ਗੱਲ ਹੈ ਨਾ ਜੀ ਸੁਖਰਾਜ ਜੀ, CBI ਤੇ ਤੁਸੀਂ ਗੱਲ ਕੀਤੀ ਹੈ ਵੀ ਉਹ ਬਚਾ ਰਹੀ ਹੈ ਡੇਰਾ ਮੁਖੀ ਨੂੰ, ਪਰ ਡੇਰਾ ਮੁਖੀ ਨੂੰ ਜੇ CBI ਦੀ ਤੁਸੀਂ ਇਹ ਗੱਲ ਕਰ ਰਹੇ ਹੋ, CBI ਨੇ ਤਾਂ ਡੇਰਾ ਮੁਖੀ ਨੂੰ ਅੰਦਰ ਕੀਤਾ ਸੀਗਾ। ਦੇਖੋ ਜਿਹੜੇ ਕੇਸ ਦੇ ਵਿੱਚ ਅੰਦਰ CBI ਨੇ ਉਸ ਟਾਈਮ ਕੀਤਾ ਸੀਗਾ, ਉਹ ਇੱਕ ਬਲਾਤਕਾਰੀ ਦਾ ਕੇਸ ਸੀਗਾ ਉੱਤੇ, ਉਹਦੇ ਵਿੱਚ ਉਹ ਅੰਦਰ ਗਿਆ। ਬਾਕੀ ਉਸ ਤੋਂ ਬਾਅਦ ਅਨੇਕਾਂ ਕੇਸ ਖੁੱਲ੍ਹੇ ਆ, ਉਹ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਗਿਆ। ਉਹਨਾਂ ਦੀ ਉਹ ਮਜਬੂਰੀ ਹੋ ਸਕਦੀ ਆ, ਕੋਈ ਪੋਲੀਟੀਕਲੀ ਸਟੰਟ ਹੋ ਸਕਦਾ ਉਸ ਟਾਈਮ ਦਾ, ਉਹਨੂੰ ਅੰਦਰ ਕਰਨਾ ਉਹਦਾ ਮੋਟਿਵ ਕੀ ਸੀਗਾ। ਪਰ ਉਹਨਾਂ ਨੂੰ ਅੰਦਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਉਹਨੂੰ ਅੰਦਰ ਕੀ ਪਤਾ ਕਿੱਦਾਂ ਦੀਆਂ ਸਹੂਲਤਾਂ ਮਿਲ ਰਹੀਆਂ। ਉਹ ਜੇਲ੍ਹ ਦੇ ਨਾਂ ਦਾ ਹੀ ਅੰਦਰ ਹੋ ਸਕਦਾ, ਅੰਦਰ ਹੋਰ ਵੀ ਕੋਈ ਹਾਲ ਉਹਦੇ ਲਈ ਚੰਗੇ ਹੋ ਸਕਦੇ ਆ, ਜਾਂ ਉਹਦਾ ਡੇਰਾ ਅੱਜ ਵੀ ਚੱਲ ਰਿਹਾ। ਜੇ CBI ਨੇ ਕੀਤਾ ਸੀ, ਉਹਦੇ ਕੱਚੇ ਚਿੱਠੇ ਬਹੁਤ ਸੀਗੇ, ਉਹਨਾਂ ਨੂੰ ਖੋਲ੍ਹਦੇ ਅੱਗੇ ਜਾਂਦਾ ਜੋ ਉਸੇ ਕੇਸ ਦੇ ਵਿੱਚ ਸੀ। ਪਰ ਪੰਜਾਬ ਦੀ ਜਿਹੜੀ ਜਨਤਾ, ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦਾ ਡੇਰਾਵਾਦ ਪੰਜਾਬ ਦਾ, ਉਹ ਸਾਡੇ ਬਾਦਲ ਆ ਜਿਹੜੇ ਉਹ ਡੇਰੇ ਨਾਲ ਸੰਬੰਧ ਰੱਖਦੇ ਆ ਇੱਕ ਪੰਥਕ ਆਗੂ ਹੋਣ ਦੇ ਨਾਤੇ। ਸੋ ਇਹਨਾਂ ਦੀ ਵੋਟ ਬੈਂਕ ਨੂੰ ਖਤਰਾ ਡੇਰੇ ਦਾ ਉਹਨਾਂ ਤੋਂ। ਹੋ ਸਕਦਾ CBI ਨੇ ਹਰਿਆਣੇ ਦੇ ਵਿੱਚ ਉਹਨੂੰ ਅੰਦਰ ਕੀਤਾ, ਹਰਿਆਣੇ 'ਚ ਉਹਨਾਂ ਨੂੰ ਉਹਦਾ ਕੋਈ ਨਾ ਉਹਦਾ ਪੱਖ-ਪੁੱਤ ਲੱਗਦਾ ਹੋਵੇ, ਉਹਦੀ ਵੋਟ ਬੈਂਕ ਉੱਥੇ ਨਾ ਕੰਮ ਕਰਦੀ ਹੋਵੇ ਹਰਿਆਣੇ ਦੇ ਵਿੱਚ। ਪੰਜਾਬ ਦੇ ਵਿੱਚ ਉਹਦੀ ਵੋਟ ਬੈਂਕ ਆ ਡੇਰਾਵਾਦ ਆ ਜਿਹੜਾ ਜ਼ਿਆਦਾ ਕੰਮ ਕਰਦਾ, ਜਿਹਦੇ ਵਿੱਚ ਉਹਨਾਂ ਨੇ ਉਹਨੂੰ ਅੰਦਰ ਕੀਤਾ। CBI ਨੇ ਇਹ ਸੋਚ ਕੇ ਅੰਦਰ ਨਹੀਂ ਕੀਤਾ ਹੋਣਾ ਵੀ ਉਹ ਬਹੁਤ ਟਾਈਮ ਤੱਕ ਜਾਂ ਉਹਦੀ ਉਮਰ ਅੰਦਰ ਹੋਵੇ, ਪਰ ਉਹਨੂੰ ਅੰਦਰ ਕਰਕੇ ਉਹਨੂੰ ਬਾਹਰ ਵੀ ਲਿਆ ਸਕਦੇ ਆ ਉਹ। ਜੇ ਪੰਜਾਬ ਵਾਲੇ ਕੇਸ ਦੇ ਵਿੱਚ ਅੰਦਰ ਜਾਂਦਾ, ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਇਸ ਦੇ ਵਿੱਚ ਅੰਦਰ ਜਾਂਦਾ, ਤਾਂ ਉਹਦਾ ਕਿਤੇ ਨਾ ਕਿਤੇ ਜਿਹੜਾ ਡੇਰਾ ਬੰਦ ਹੋਣ ਕਿਨਾਰੇ ਵੀ ਜਾ ਸਕਦਾ, ਕਿਉਂਕਿ ਪੰਜਾਬ ਦੇ ਲੋਕ ਡੇਰਾਵਾਦ ਨਾਲ ਜਿਹੜੇ ਜੁੜੇ ਆ ਉਹ ਉਹਨਾਂ ਤੋਂ ਪਿੱਛੇ ਹਟ ਜਾਣਗੇ। ਤਕਰੀਬਨ ਜਿਹੜੇ ਸੂਝਵਾਨ ਸੀ ਜਾਂ ਜਿਹਨਾਂ ਨੂੰ ਪਤਾ ਲੱਗਿਆ, ਉਹ ਕੁਛ ਕੁ ਕੇਸ ਕਰਕੇ ਪਿੱਛੇ ਹਟ ਗਏ ਆ, ਅਤੇ ਪੰਜਾਬ ਦੇ ਵਿੱਚ ਉਹ ਡੇਰਾਵਾਦ ਉਹਦਾ ਖਤਮ ਹੋ ਜਾਊਗਾ ਜੇ ਉਹ CBI ਉਹਨੂੰ ਇਸ ਦੇ ਵਿੱਚ ਦੋਸ਼ੀ ਕਰਾਰ ਦਿੰਦੀ ਆ। ਪਰ ਉਹ ਕਦੇ ਨਹੀਂ ਦੇਣਗੇ, ਕਿਉਂਕਿ ਉਹ ਬਾਦਲਾਂ ਦੀ ਯਾਰੀ ਹੈ ਜਿਹੜੀ ਉਹ ਬਾਖੂਬੀ ਆ ਵੋਟ ਬੈਂਕ 'ਤੇ ਚੱਲਦੀ ਆ। ਇਹਨਾਂ ਨੂੰ ਪੰਥ ਨਾਲ ਨਹੀਂ ਆ, ਗੁਰੂ ਨਾਲ ਨਹੀਂ, ਇਹਨਾਂ ਨੂੰ ਵੋਟ ਬੈਂਕ ਦੇ ਨਾਲ ਆ। ਇਸੇ ਕਰਕੇ ਉਹਨੂੰ ਬਚਾਉਣ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰੋਪੋਗੰਡਾ ਬਣਾ ਰਹੇ ਆ ਵੀ ਸਰਸੇ ਵਾਲੇ ਸਾਹਿਬ ਤਾਂ ਚੱਲਣਾ ਜਾਵੇ। ਸਿੱਖ ਜਥੇਬੰਦੀਆਂ ਦੀ ਗੱਲ ਕਰ ਲੈਂਦੇ ਆਪਾਂ। ਸਿੱਖ ਜਥੇਬੰਦੀਆਂ ਕਿੱਥੇ ਖੜੀਆਂ? ਸਿੱਖ ਜਥੇਬੰਦੀਆਂ ਨਹੀਂ ਆਪਾਂ ਕਹਿ ਸਕਦੇ, ਸਿੱਖ ਜਿਹੜੇ ਆਗੂ ਆ, ਕਿਉਂਕਿ ਜਥੇਬੰਦੀਆਂ ਜਿਹੜੇ ਹੈਗੇ ਥੱਲੇ ਉਹਨਾਂ ਦੇ ਤਾਂ ਜਿਹੜੇ ਉਹਨਾਂ ਵੱਲੋਂ ਐਲਾਨ ਕਰਕੇ ਆਪਦੀ ਜਿਹੜੀ ਸਲਾਹ ਮਸ਼ਵਰਾ ਕਰਕੇ ਥੋਪ ਦਿੱਤੇ ਜਾਂਦੇ ਵੀ ਆਪਾਂ ਕਰ ਰਹੇ ਹਾਂ। ਮੋਰਚਾ ਲੱਗਿਆ, ਮੋਰਚੇ ਤੋਂ ਬਾਅਦ ਹੋ ਸਕਦਾ ਵੀ ਇਹ ਜਿਹੜੀ ਹੁਣ ਦੁਬਾਰਾ ਫਿਰ ਤੋਂ ਜਿਹੜੀ ਤੇਜ਼ੀ ਆਈ ਹੈ। ਕੀ ਲੱਗਦਾ ਤੁਹਾਨੂੰ ਹੁਣ ਕਿੱਥੇ ਖੜੀਆਂ? ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਉਹਨਾਂ ਦੀ? ਦੇਖੋ ਜੇ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਉਹ ਉਸ ਟਾਈਮ ਤਕਰੀਬਨ 2-3 ਮਹੀਨੇ ਜਿਹੜਾ ਕਾਂਡ ਹੋਇਆ ਉਸ ਤੋਂ ਬਾਅਦ ਘਰੇ ਆਉਣਾ ਜਾਣਾ ਹੋਇਆ ਜਾਂ ਮੋਰਚੇ ਦੇ ਵਿੱਚ ਇੰਨਾ ਵਾਰਤਾਲਾਪ ਹੋਈ ਆ। ਕੇਸ ਦੇ ਵਿੱਚ ਕੋਈ ਜਥੇਬੰਦੀ ਸਾਥ ਨਹੀਂ ਇੱਦਾਂ ਦੇ ਰਹੀ। ਦਾਦੂਵਾਲ ਸਾਹਿਬ ਮੇਰੇ ਟੱਚ 'ਚ ਆ ਇਕੱਲੇ, ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਉਹ ਹਮੇਸ਼ਾ ਮਤਲਬ ਖਬਰਸਾਰ ਜਿਵੇਂ ਲੈਂਦੇ ਰਹਿੰਦੇ ਆ, ਜਾਂ ਆਉਣ ਤਾਂ ਉਹ ਆਉਂਦੇ ਵੀ ਆ, ਮਿਲਦੇ ਵਰਤਦੇ ਵੀ ਆ।
ਬਾਕੀ ਹੋਰ ਕਿਸੇ ਜਥੇਬੰਦੀ ਦਾ ਕੋਈ ਇਦਾਂ ਦਾ ਸਹਿਯੋਗ ਨਹੀਂ ਆ ਵੀ ਜਿਹੜੇ ਜਾ ਕੇ ਸਹਿਯੋਗ ਤੋਂ ਭਾਵੇਂ ਆ ਵੀ ਕੇਸ ਦੇ ਵਿੱਚ ਇਨਵੋਲਵਮੈਂਟ ਨਹੀਂ ਆ, ਨਾ ਉਹਨਾਂ ਦਾ ਕੋਈ ਵਕੀਲ ਆਉਂਦਾ। ਜਿਵੇਂ ਆਪਣੀਆਂ ਸਿੱਖ ਜਥੇਬੰਦੀਆਂ ਵੀ ਬਹੁਤ ਉੱਚ ਦਰਜੇ ਤੇ ਹੈਗੀਆਂ ਜੋ ਚਾਹੁਣ ਬੇਅਦਬੀ ਆ ਜਿਹੜੀ ਉਹਦੇ ਵਿੱਚ ਜ਼ਰੂਰੀ ਨਹੀਂ ਆ ਵੀ ਜਿਹਨੇ ਦੇਖਿਆ ਜਾਂ ਗੁਰਦੁਆਰੇ ਦਾ ਗ੍ਰੰਥੀ ਉੱਥੇ ਆਪਣਾ ਵਕੀਲ ਖੜਾ ਕਰ ਸਕਦਾ। ਜਿਹੜੇ ਗੁਰਦੁਆਰੇ 'ਚ ਬੇਅਦਬੀ ਗੁਰੂ ਪਿਤਾ ਦੀ ਹੋਈ ਆ, ਗੁਰੂ ਪਿਤਾ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ, ਸਾਰਿਆਂ ਦੇ ਸਾਂਝੇ ਆ, ਉਹਦੇ ਵਿੱਚ ਸਾਰੇ ਆਪਣੇ ਆਪਣੇ ਵਕੀਲ ਖੜੇ ਕਰ ਸਕਦੇ ਆ। ਈਵਨ ਕਿ ਜ਼ਰੂਰੀ ਨਹੀਂ ਹੈ ਵੀ ਉੱਥੇ ਇੱਕ ਵਕੀਲ ਹੀ ਜਾਣਾ ਚਾਹੀਦਾ। ਮੈਂ ਤਾਂ ਇਹ ਚਾਹੁੰਦਾ ਵੀ ਜਦੋਂ ਪ੍ਰੇਮੀਆਂ ਦੀ ਕੋਈ ਤਰੀਕ ਪੈਂਦੀ ਆ ਜਾਂ ਬੇਅਦਬੀ ਦੇ ਕੇਸ 'ਤੇ ਤਰੀਕ ਪੈਂਦੀ ਆ, ਉਸ ਦੇ ਵਿੱਚ ਘੱਟੋ ਘੱਟ ਸਿੱਖਾਂ ਦੇ 20 ਤੋਂ 30 ਜਾਂ 40 ਵਕੀਲ ਜੱਜ ਦੇ ਸਾਹਮਣੇ ਖੜੇ ਹੋਣੇ ਚਾਹੀਦੇ ਆ, ਜਿਹੜੇ ਇਹ ਉੱਥੇ ਗੱਲ ਰੱਖ ਸਕਣ ਸਾਡੇ ਗੁਰੂ ਦੀ ਬੇਅਦਬੀ ਹੋਈ ਆ, ਸਾਨੂੰ ਉਹਦਾ ਇਨਸਾਫ ਚਾਹੀਦਾ। ਤੁਸੀਂ ਇਕੱਲੇ ਦਾਦੂਵਾਲ ਦੀ ਗੱਲ ਕਰਦੇ ਆ। ਪਿਛਲੇ ਦਿਨੀ ਜਿਹੜਾ ਹੈਗਾ ਆਪਣਾ ਧਿਆਨ ਸਿੰਘ ਮੰਡ ਜਿਨ੍ਹਾਂ ਨੇ ਅਗਵਾਈ ਕੀਤੀ ਹੈ 6 ਮਹੀਨੇ ਮੋਰਚੇ ਦੀ, ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਸਰਕਾਰ ਨੂੰ, 6 ਸਤੰਬਰ ਦਾ ਟਾਈਮ ਦਿੱਤਾ ਗਿਆ। ਜੇਕਰ ਇਨਸਾਫ ਨਹੀਂ ਦਿੰਦੀ ਸਰਕਾਰ ਤਾਂ ਉਹ ਕੋਈ ਹੋਰ ਨਵਾਂ ਐਲਾਨ ਕਰ ਸਕਦੀ। ਦੇਖੋ, ਜੇ ਉਹ ਚੇਤਾਵਨੀ ਮੈਂ ਸਮਝਦਾ ਵੀ ਜਦੋਂ ਸਰਕਾਰ ਉੱਥੇ ਆਈ ਸੀ, ਸਰਕਾਰ ਦੇ ਨੁਮਾਇੰਦੇ ਚੱਲ ਕੇ ਆਏ ਸੀ, ਉਹਨਾਂ ਨੂੰ ਉਹ ਚੇਤਾਵਨੀ ਦਿੰਦੇ ਮਹੀਨੇ ਦੇ ਰੂਪ 'ਚ ਦੇ ਦਿੰਦੇ। ਅੱਜ ਵੀ 2 ਮਹੀਨੇ, ਹੁਣ ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਬਿਆਨ ਦਿੱਤਾ, 1.5 ਮਹੀਨਾ 2 ਮਹੀਨੇ ਪਏ ਹਜੇ 7 ਸਤੰਬਰ ਆਉਣ ਦੇ ਵਿੱਚ, ਤਾਂ ਉਹ ਉਸ ਟਾਈਮ ਕਹਿ ਦਿੰਦੇ ਵੀ ਅਸੀਂ ਕੋਈ ਵਾਇਲੈਂਸ ਨਹੀਂ ਕਰਦੇ, ਅਸੀਂ ਕੋਈ ਇੱਥੇ ਕਿਸੇ ਨੂੰ ਤੁਹਾਨੂੰ ਸਾਡੇ ਤੋਂ ਖਤਰਾ ਨਹੀਂ ਹੈ, ਅਸੀਂ ਕੋਈ ਭੜਕਾਊ ਗੱਲਾਂ ਨਹੀਂ ਕਰਦੇ, ਕੋਈ ਲੋਕਾਂ ਨੂੰ ਇੱਦਾਂ ਦੀਆਂ ਗੱਲਾਂ ਤੇ ਨਹੀਂ ਲਾਉਂਦੇ ਵੀ ਕੋਈ ਇੱਥੇ ਗੋਲੀਆਂ ਚੱਲਣ ਜਾਂ ਕੋਈ ਬੰਬ ਲੈ ਕੇ ਬੈਠੇ, ਕੋਈ ਇੱਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ। ਅਸੀਂ ਸ਼ਾਂਤੀਪੂਰਵਕ ਸਾਡਾ ਜਿਹੜਾ ਮੋਰਚਾ ਚੱਲ ਰਿਹਾ ਸ਼ਾਂਤੀਪੂਰਵਕ ਚੱਲੂਗਾ। ਜਿੱਦਾਂ ਤੁਸੀਂ ਸਾਡਾ ਇਨਸਾਫ ਲੈ ਕੇ ਇੱਥੇ ਆ ਗਏ, ਅਸੀਂ ਚੁੱਪ ਕਰਕੇ ਚੱਲ ਜਾਂਗੇ, ਅਸੀਂ ਆਪਣਾ ਜਿਹੜਾ ਮੋਰਚਾ ਸਮਾਪਤ ਕਰ ਦਿਆਂਗੇ, ਚੜ੍ਹਦੀ ਕਲਾ ਵੱਲ ਹੋ ਜਾਊਗਾ। ਪਰ ਉਹ ਜਿਹੜੇ ਵਾਅਦੇ ਉਹ 6 ਮਹੀਨਿਆਂ ਬਾਅਦ ਸਰਕਾਰ ਉੱਥੇ ਲੈ ਕੇ ਆਈ ਸੀ, ਉਹ 3 ਦਿਨਾਂ ਬਾਅਦ ਵੀ ਉੱਥੇ ਲੈ ਕੇ ਆਈ ਸੀ। ਤੇ ਇੱਥੇ ਉਹ ਜਥੇਦਾਰ ਧਿਆਨ ਸਿੰਘ ਜੀ ਮੰਡ ਦੱਸ ਸਕਦੇ ਆ, ਕਿਉਂਕਿ ਡਿਕਟੇਟਰਸ਼ਿਪ ਸਾਰੀ ਉਹਨਾਂ ਕੋਲੇ ਸੀ, ਕੋਈ ਵੀ ਜਥੇਬੰਦੀ ਨਾਲ ਉਹਨਾਂ ਦੀ ਕੋਈ ਉੱਥੇ ਵਾਰਤਾਲਾਪ ਨਹੀਂ ਹੋਈ ਆ ਜਾਂ ਕਿਸੇ ਨੂੰ ਉਹਨਾਂ ਨੇ ਭਰੋਸੇ 'ਚ ਨਹੀਂ ਲਿਆ। ਜਥੇਦਾਰ ਦਾਦੂਵਾਲ ਸਾਹਿਬ ਵੀ ਉੱਥੇ ਆਉਂਦੇ ਰਹੇ ਆ, ਜਥੇਦਾਰ ਅਜਨਾਲਾ ਸਾਹਿਬ ਵੀ ਉੱਥੇ ਆਉਂਦੇ ਰਹੇ ਆ, ਸਰਬੱਤ ਖਾਲਸਾ ਵੱਲੋਂ ਜਿੰਨੇ ਜਥੇਦਾਰ ਬਣਾਏ ਗਏ ਸੀ ਉਹ ਵੀ ਉਹਨਾਂ ਨੂੰ ਕਿਸੇ ਨੂੰ ਕੋਈ ਭਰੋਸੇ 'ਚ ਨਹੀਂ ਲਿਆ। ਈਵਨ ਕਿ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਵੀ ਇੱਥੇ ਮੋਰਚਾ ਜਿਹੜਾ ਸਮਾਪਤ ਕੀਤਾ ਜਾਣਾ। ਲੋਕਾਂ ਨੂੰ ਤਾਂ ਇਹ ਸੀਗਾ ਵੀ ਜੇ ਸਰਕਾਰ ਆਈ ਹੈ ਤਾਂ ਸਰਕਾਰ ਇੱਥੋਂ ਜਾ ਵੀ ਸਕਦੀ ਆ, ਵੀ ਇੱਥੋਂ ਮੋੜਿਆ ਜਾਊਗਾ, ਉਹਨਾਂ ਨੂੰ ਤੋਂ ਟਾਈਮ ਲਿਆ ਜਾਊਗਾ, ਉਹਨਾਂ ਨੂੰ ਟਾਈਮ ਦਿੱਤਾ ਜਾਊਗਾ ਵੀ ਇੰਨੇ ਟਾਈਮ ਤੱਕ ਤੁਸੀਂ ਸਾਨੂੰ ਇਨਸਾਫ ਲਿਆ ਕੇ ਦੇ ਦਿਓ ਜਾਂ ਦੋਸ਼ੀ ਜੇਲ੍ਹਾਂ ਦੇ ਵਿੱਚ ਸਿੱਟੋ, ਉਸ ਤੋਂ ਬਾਅਦ ਮੋਰਚਾ ਸਮਾਪਤ ਕਰਾਂਗੇ। ਪਰ ਉੱਥੇ ਉਹ ਜਥੇਦਾਰ ਧਿਆਨ ਸਿੰਘ ਜੀ ਮੰਡ ਦੱਸ ਸਕਦੇ ਆ, ਕਿਉਂਕਿ ਉਹਨਾਂ ਕੋਲੇ ਡਿਕਟੇਟਰਸ਼ਿਪ ਸੀ, ਸਾਰਾ ਕੁਝ ਉਹਨਾਂ ਨੇ ਉੱਥੇ ਕਰਤਾ ਧਾਤਾ ਸੀਗੇ। ਤਾਂ ਜੇ 6 ਮਹੀਨਿਆਂ ਬਾਅਦ ਵੀ ਉਹੀ ਗੱਲਾਂ 'ਤੇ ਮੋਰਚਾ ਚੱਕਿਆ ਤਾਂ ਬਹੁਤ ਗਲਤ ਗੱਲ ਆ। ਇਹ ਨਹੀਂ ਆ, ਮੋਰਚਾ ਮਤਲਬ ਬਹੁਤ ਕੁਝ ਲੈ ਕੇ ਆਇਆ, ਪ੍ਰਾਪਤੀਆਂ ਹੋਈਆਂ, ਸੈੱਟ ਬਣੀਆਂ, ਤੇਜ਼ੀ 'ਚ ਆਈ ਆ, ਰਫ਼ਤਾਰ ਬਣੀ ਆ ਕੰਮ ਦੀ। ਹੋ ਸਕਦਾ ਸੀ ਉੱਥੇ 2 ਮਹੀਨੇ ਹੋਰ ਬੈਠੇ ਰਹਿੰਦੇ, ਕਿਉਂਕਿ ਸਰਕਾਰਾਂ ਨੀਤੀ ਖੇਡਦੀਆਂ, ਪਾਲਿਸੀ ਖੇਡਦੀਆਂ। ਉਹਨਾਂ ਨੇ ਪਾਲਿਸੀ ਖੇਡੀ, ਉਹਨਾਂ ਦੀ ਕਾਮਯਾਬ ਹੋ ਗਈ ਪਾਲਿਸੀ। ਉਹਨਾਂ ਨੇ MP ਦੇ ਇਲੈਕਸ਼ਨ ਸੀਗੇ, ਜੇ ਮੈਂ ਗਲਤ ਨਾ ਹੋਵਾਂ ਉਸ ਟਾਈਮ 2 ਮਹੀਨੇ ਬਾਅਦ ਇਲੈਕਸ਼ਨ ਸੀਗੇ ਮੋਰਚਾ ਚੱਕਣ ਤੋਂ ਬਾਅਦ 'ਚ। ਸੋ ਉਹਨਾਂ ਨੇ ਆਪਣਾ ਕਾਰਜਕਾਲ ਸੀਗਾ ਜਿਹੜਾ ਉੱਥੇ ਉਹਨਾਂ ਨੂੰ ਲਿਆ ਕੇ ਉਤਸ਼ਾਹ 'ਚ ਲਿਆਂਦਾ, ਕੀ ਸਮਝੌਤਾ ਕੀਤਾ ਉਹ ਜਥੇਦਾਰ ਧਿਆਨ ਸਿੰਘ ਮੰਨ ਨੂੰ ਪਤਾ। ਮੈਂ ਇਹ ਬਲੇਮ ਨਹੀਂ ਕਰੂੰਗਾ ਵੀ ਉਹਨਾਂ ਨੇ ਕੋਈ ਕੰਪਰੋਮਾਈਜ਼ ਕੀਤਾ, ਪਰ ਜਿਹੜੀਆਂ ਗੱਲਾਂ ਸਰਕਾਰ ਉੱਥੇ ਕਹਿ ਕੇ ਗਈ ਉਹ 3 ਦਿਨਾਂ ਬਾਅਦ ਵੀ ਕਹਿੰਦੀ ਸੀ, ਇੰਨੇ ਤੁਹਾਡੇ ਅਸੀਂ ਸਿੰਘ ਛੱਡ ਦਿਆਂਗੇ ਜਾਂ ਇਹਨਾਂ ਦੀਆਂ ਪਰੋਲਾਂ ਹੋ ਜਾਣਗੀਆਂ, ਇੰਨੇ ਆਉਣ ਲੱਗ ਜਾਣਗੇ। ਜੇਲ੍ਹ ਸ਼ਿਫਟਿੰਗ ਦੀ ਗੱਲ ਸੀਗੀ ਵਿੱਚ ਜਥੇਦਾਰ ਹਵਾਰਾ ਸਿੰਘ ਦੀ, ਕਿਉਂਕਿ ਉਹਨਾਂ ਦਾ ਦਿੱਲੀ ਦਾ ਕੋਈ ਕੇਸ ਨਹੀਂ ਰਿਹਾ, ਪੰਜਾਬ ਦੇ ਸੀਗੇ ਵੀ ਪੰਜਾਬ 'ਚ ਲਿਆਂਦਾ ਜਾਵੇ। ਬੰਦੀ ਸਿੰਘਾਂ ਦੀਆਂ ਸੀਗੀਆਂ, ਗੋਲੀ ਕਾਂਡ ਦੇ ਵਿੱਚ ਕੋਈ ਉਦੋਂ ਗ੍ਰਿਫਤਾਰੀ ਨਹੀਂ ਹੋਈ ਸੀਗੀ ਮੋਰਚੇ ਚੱਲਦੇ ਦੇ ਵਿੱਚ। ਤਾਂ ਉਸ ਤੋਂ ਬਾਅਦ ਬੇਅਦਬੀ ਦੀਆਂ ਸੀਗੀਆਂ, ਪ੍ਰੇਮੀ ਨਹੀਂ ਸੀ ਜਿਹੜੇ ਫੜੇ ਗਏ। ਸੋ ਤਕਰੀਬਨ ਹੋਰ ਗੱਲਾਂ ਕਈ ਹੋਈਆਂ ਵੀ ਹਾਂ ਸੰਚੇਤ ਹੋਣ ਲੱਗੀ ਸੰਗਤ ਆ ਜਿਹੜੀ ਉੱਥੇ ਮੋਰਚਾ ਚੱਲਦੇ ਕਰਕੇ। ਇੱਕ ਫਕਰ ਜਿਹਾ ਮਹਿਸੂਸ ਹੁੰਦਾ ਸੀਗਾ ਵੀ ਜਿਹੜੀਆਂ ਸਿੱਖ ਸੰਗਤ ਦੀਆਂ ਪ੍ਰੋਬਲਮਾਂ ਗ੍ਰੰਥ ਪ੍ਰਤੀ, ਪੰਥ ਪ੍ਰਤੀ, ਨਸ਼ਿਆਂ ਤੋਂ ਸੁਚੇਤ ਨੌਜਵਾਨ ਗੁਰਬਾਣੀ ਨਾਲ ਜੁੜਨ ਲੱਗ ਗਏ ਸੀਗੇ। ਅਨੇਕਾਂ ਉੱਥੇ ਆਏ ਐਤਵਾਰ ਜਿਹੜੇ ਅੰਮ੍ਰਿਤ ਛਕਾਏ ਜਾਂਦੇ ਸੀਗੇ ਨੌਜਵਾਨ ਜਿਹੜੇ ਸਿੱਖੀ ਸਰੂਪ 'ਚ ਆਉਣ ਲੱਗੇ ਸੀ। ਸੋ ਇਹ ਗੱਲ ਆ ਜਿਹੜੀ ਸਰਕਾਰਾਂ ਨੂੰ ਚੰਗੀ ਨਹੀਂ ਲੱਗੀ ਸੀ। ਉਹਨਾਂ ਨੇ ਆਪਣੀ ਪਾਲਿਸੀ ਖੇਡੀ, ਇਲੈਕਸ਼ਨ ਆਉਣੇ ਸੀ, 2 ਮਹੀਨੇ ਬਾਅਦ ਵੋਟਾਂ ਸੀਗੀਆਂ। ਜੇ ਉੱਥੇ ਉਹ ਚੱਲਦਾ ਹੁੰਦਾ ਮੋਰਚਾ ਤਾਂ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਜੇ ਮੋਰਚਾ ਚੱਲਦਾ ਹੁੰਦਾ ਤਾਂ ਕੋਈ MP ਦਾ ਉਮੀਦਵਾਰ ਜਿਹੜਾ ਪਿੰਡਾਂ ਦੇ ਵਿੱਚ ਆ ਕੇ ਆਪਣੇ ਵੋਟਾਂ ਦੇ ਲਈ ਆਉਣਾ ਸੀ ਉਹ ਕਦੇ ਨਹੀਂ ਆਉਣਾ ਸੀ, ਕਿਉਂਕਿ ਲੋਕਾਂ ਦਾ ਉਤਸ਼ਾਹ ਸੀ ਇੱਕ ਬੇਅਦਬੀ ਪ੍ਰਤੀ। ਬਗਰਾੜੀ ਜਾਣਾ ਲੋਕਾਂ ਦਾ ਇੱਕ ਉੱਥੇ ਕੰਮ ਬਣ ਗਿਆ ਸੀ। ਮੈਂ ਕੰਮ ਚੱਲਿਆ ਬਗਰਾੜੀ, ਮੈਂ ਨਹੀਂ ਮੋਰਚੇ 'ਚ ਜਾ ਕੇ ਆਉਣਾ, ਮੈਂ 15 ਮਿੰਟ ਬੈਠਾ, ਮੈਂ 10 ਮਿੰਟ, ਲੋਕਾਂ ਦੀਆਂ ਇਹ ਮਨ ਦੀ ਭਾਵਨਾ ਬਣ ਚੁੱਕੀ ਸੀ। ਜੇ ਕੋਈ ਬਠਿੰਡੇ ਤੋਂ ਫਰੀਦਕੋਟ ਜਾ ਰਿਹਾ ਤਾਂ ਵੀ ਉਹਨੇ 2 ਮਿੰਟ ਬਗਰਾੜੀ ਮੋਰਚੇ 'ਚ ਰੁਕ ਕੇ ਜਾਣਾ। ਕਈ ਸਾਡੇ ਟਰੱਕਾਂ ਵਾਲੇ ਵੀਰ ਸੀ ਉੱਥੇ ਰੁਕ ਕੇ ਜਾਂਦੇ। ਬਹੁਤ ਇੱਦਾਂ ਲੋਕਾਂ ਦੇ ਮਨਾਂ ਦੇ ਇੱਕ ਉਤਸ਼ਾਹ ਬਣ ਗਿਆ ਸੀਗਾ ਵੀ ਸਿੱਖ ਪੰਥ ਦੇ ਬਹੁਤ ਮਸਲੇ ਆ ਜਿਹੜੇ ਇੱਥੋਂ ਨਿਕਲ ਕੇ ਹੱਲ ਹੋਣ ਲੱਗ ਜਾਣਗੇ। ਸਰਕਾਰ ਨੇ ਤੁਹਾਡੇ ਦੋਨਾਂ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਹੈ, ਤੁਹਾਡੀ ਫਾਈਨੈਂਸ਼ੀਅਲੀ ਮਦਦ ਵੀ ਕੀਤੀ ਹੈ। ਤੇ ਹੁਣ ਇਹ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਜਿਹੜਾ ਹਜੇ ਤੱਕ ਤੁਹਾਨੂੰ, ਕਿਉਂਕਿ ਇਨਸਾਫ ਜਿਹੜੀ ਜ਼ਰੂਰ ਦੇਰੀ ਹੋਈ ਹੈ
ਪਰ ਇਹ ਤਾਂ ਨਾ ਆਪਾਂ ਕਹਿ ਸਕਦੇ ਵੀ ਸਰਕਾਰ ਤਾਂ ਉਹਨਾਂ ਨੂੰ ਇਨਸਾਫ ਦਿਵਾਉਣਾ ਨਹੀਂ ਚਾਹੁੰਦੀ, ਤੁਹਾਡੇ ਨਾਲ ਨਹੀਂ ਖੜੀ। ਦੇਖੋ ਜੀ, ਉਹ ਮੈਂ ਸਾਡੇ ਵੱਲੋਂ ਕਦੇ ਗੱਲ ਨਹੀਂ ਕਹੀ ਗਈ ਇੱਦਾਂ ਦੀ। ਸਰਕਾਰ ਨੇ ਆਪਣੇ ਬਿਹੇਵ 'ਤੇ ਲੋਕਾਂ ਦੇ ਸੱਤਾ ਚਾਹੁਣ ਤੋਂ ਪਹਿਲਾਂ ਗੱਲ ਕਹੀ ਸੀ ਵੀ ਸਾਨੂੰ ਵੋਟਾਂ ਪਾਓ, ਅਸੀਂ ਇਨਸਾਫ ਦੇਵਾਂਗੇ, ਅਸੀਂ ਪਰਿਵਾਰਾਂ ਦੀ ਫਾਈਨੈਂਸ਼ੀਅਲੀ ਮਦਦ ਕਰਾਂਗੇ। ਉਹਨਾਂ ਦੇ ਬੋਲ ਸੀ, ਸਾਡੇ ਪਰਿਵਾਰ ਦੇ ਕਿਸੇ ਦੇ ਦੋਨਾਂ ਪਰਿਵਾਰਾਂ ਵੱਲੋਂ ਕੋਈ ਇੱਦਾਂ ਦੇ ਬੋਲ ਨਹੀਂ ਸੀਗੇ। ਈਵਨ ਕਿ ਜਿੱਦਾਂ ਉਹ ਫਾਈਨੈਂਸ਼ੀਅਲੀ ਮਦਦ ਹੁੰਦੀ ਵੀ ਆ ਤਾਂ ਸਾਡੇ ਵੱਲੋਂ ਇਹ ਵੀ ਕਿਹਾ ਗਿਆ, ਮੈਂ ਕੈਪਟਨ ਸਾਹਿਬ ਨੂੰ ਸਾਹਮਣੇ ਕਿਹਾ ਸੀਗਾ ਵੀ ਸਾਨੂੰ ਇਨਸਾਫ ਚਾਹੀਦਾ। ਉਹ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ, ਸੈੱਟ ਬਣਾਈ ਹੋਈ ਆ, ਬਹੁਤ ਵਧੀਆ ਅਫਸਰ ਲੱਗੇ ਹੋਏ ਆ ਅਤੇ ਜਲਦੀ ਹੀ ਜਿਹੜਾ ਆਪਾਂ ਇਹਨਾਂ ਨੂੰ ਛੱਡਣਾ ਨਹੀਂ ਆ, ਜੇਲ੍ਹਾਂ ਦੇ ਵਿੱਚ ਦੇਵਾਂਗੇ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਸੀਗੀਆਂ, ਪਰ ਅਸੀਂ ਕਦੇ ਨਹੀਂ, ਮੈਂ ਅੱਜ ਵੀ ਇਹੀ ਦਾਅਵਾ ਕਰਦਾ ਵੀ ਜੇ ਸਰਕਾਰ ਉਹ ਚੀਜ਼ ਕਰਕੇ ਕਹਿ ਰਹੇ ਵੀ ਚੁੱਪ ਹੋ ਜਾਣਗੇ ਜਾਂ ਬੈਠ ਜਾਣਗੇ, ਸਾਨੂੰ ਉਹ ਐਕਸੈਪਟ ਨਹੀਂ ਹੈ। ਉਹ ਅੱਜ ਵੀ ਆ, ਸਾਨੂੰ ਸਾਡਾ ਇਨਸਾਫ ਦੇ ਦਿਓ, ਅਸੀਂ ਉਹ ਵਾਪਸ ਕਰਨ ਨੂੰ ਤਿਆਰ ਹਾਂ। ਅਸੀਂ ਨੌਕਰੀ ਦੀ ਵੀ ਗੱਲ ਕੀਤੀ ਸੀ, ਅਸੀਂ ਕੋਈ ਇੱਦਾਂ ਦੀ ਗੱਲ ਨਹੀਂ। ਈਵਨ ਕਿ ਜਦੋਂ ਸਰਕਾਰ, ਜੇ ਉਸ ਟਾਈਮ ਦੀ ਸਰਕਾਰ ਦੀ ਗੱਲ ਕਰਾਂ ਤਾਂ ਤਕਰੀਬਨ 3 ਮਹੀਨੇ ਬਾਅਦ CM ਬਾਦਲ ਉਸ ਟਾਈਮ ਘਰੇ ਆਉਂਦਾ ਹੈ, ਤਾਂ ਉਹ ਵੀ ਆਪਣੀ ਗੁੰਡਾਗਰਦੀ ਤਹਿਤ ਸਾਨੂੰ ਸਾਡੇ ਘਰ 'ਚ ਨਜ਼ਰਬੰਦ ਕੀਤਾ ਜਾਂਦਾ। ਗਲੀ ਦੇ ਵਿੱਚ 2-2 3-3 ਮੀਟਰ ਤੇ ਮੀਟਰ ਤੇ ਪੁਲਿਸ ਲਾਈ ਜਾਂਦੀ ਆ। ਇੰਨਾ ਕੁ ਨਜ਼ਰਬੰਦ ਕਰਕੇ ਰੱਖਿਆ ਜਾਂਦਾ ਵੀ ਉਹਨੂੰ ਕੁਛ ਅਸੀਂ ਕਹਿ ਨਾ ਸਕੀਏ, ਸਵਾਲ ਨਹੀਂ ਪੁੱਛਣ ਦਿੰਦਾ। ਮੀਡੀਆ ਦੇ ਥਰੂ ਇੱਕ ਘਰੇ ਆਉਂਦਾ, ਮੀਡੀਆ 'ਚ ਗੱਲਾਂ ਜਾਂਦੀਆਂ ਵੀ ਹਾਂ ਇਹ ਘਰੇ ਆਇਆ, ਉੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕੋਈ ਇੱਦਾਂ ਦੀ ਗੱਲ ਨਹੀਂ ਹੋਈ, ਕੋਈ ਫਾਈਨੈਂਸ਼ੀਅਲੀ ਕੁਛ ਨਹੀਂ ਉਹਨੇ ਇੱਦਾਂ ਦੀ ਕੋਈ ਗੱਲ ਕੀਤੀ ਸੀਗੀ, ਕੋਈ ਉਹਨੇ ਇਨਸਾਫ ਦੀ ਗੱਲ ਨਹੀਂ ਕੀਤੀ ਸੀਗੀ, ਕੋਈ ਬਈ ਫਲਾਣੇ ਦੋਸ਼ੀ ਆ, ਜਾਂ ਸਿਰਫ 2 ਮਿੰਟ ਲਈ ਘਰੇ ਖੜ੍ਹਦੇ ਆ ਅਤੇ ਆਪਣੀ ਗੁੰਡਾਗਰਦੀ ਤਹਿਤ ਵਾਪਸ ਇੱਕ ਆਪਣਾ ਨਾਮ ਚਮਕਾਉਂਦੇ। ਤੁਹਾਡੀ ਗੱਲ ਵਿਚਾਲੇ ਹੈ ਮਾਤਾ ਜੀ, ਆਖਰੀ ਗੱਲ ਜਿਹੜੀ ਹੈ ਕਿਸ਼ਨ ਭਗਵਾਨ ਸਿੰਘ ਨਾਲ ਤੁਹਾਡੀ ਕਦੋਂ ਹੋਈ ਸੀ? ਜੇ ਘੰਟਾ ਜਾਣ ਤੋਂ ਪਹਿਲਾਂ। ਕੀ ਗੱਲਬਾਤ ਹੋਈ ਸੀ ਉਦੋਂ? ਕੀ ਕਹਿ ਕੇ ਗਏ ਸੀ ਉਹ? ਕੀ ਲੰਗਰ ਲੈ ਕੇ ਜਾਂਦੇ ਆਂਦੇ ਸੀ। ਪਰ ਅੱਜ ਤੱਕ ਦੇਰੀ ਹੋ ਰਹੀ ਹੈ, ਇਨਸਾਫ ਨਹੀਂ ਮਿਲਿਆ, ਕਿਤੇ ਨਾ ਕਿਤੇ ਕਿਵੇਂ, ਕੀ ਮਹਿਸੂਸ ਹੋ ਰਿਹਾ? ਹੁਣ ਸਾਫ਼ ਤਾਂ ਹੁਣ ਸਰਕਾਰਾਂ ਨੇ ਹੀ ਦੇਣਾ, ਹੋਰ ਕਿਹਨੇ ਦੇਣਾ? ਦੂਜਾ ਆਪਣਾ ਸੁਖਰਾਜ ਸਿੰਘ ਜੀ, ਜੇਕਰ ਗੱਲ ਕਰੀਏ ਆਪਾਂ, ਤੁਹਾਡੇ ਗੁਰਜੀਤ ਦੇ ਨਾਂ 'ਤੇ ਵੀ ਯਾਦਗਾਰਾਂ ਬਣਾਈਆਂ ਗਈਆਂ, ਤੁਹਾਡੇ ਫਾਦਰ ਸਾਹਿਬ ਦੇ ਨਾਂ 'ਤੇ ਵੀ ਇੱਕ ਇੱਥੇ ਬੁੱਤ ਸਥਾਪਿਤ ਕੀਤਾ ਗਿਆ, ਕੀ ਮੰਨਦੇ ਹੋ? ਦੇਖੋ, ਯਾਦਗਾਰਾਂ, ਸਿੱਖ ਕੌਮ ਇੱਕ ਮਹਾਨ ਕੌਮ ਹੈ ਜੋ ਸ਼ਹੀਦਾਂ ਸਿੰਘਾਂ ਨੂੰ ਕਦੇ ਮਨੋਂ ਨਹੀਂ ਵਿਸਾਰਦੀ ਅਤੇ ਕਦੇ ਭੁੱਲਦੀ ਨਹੀਂ ਹੈ। ਕਦੇ ਵੀ ਉਹਨਾਂ ਦੇ ਮਨ 'ਚ ਨਹੀਂ ਹੁੰਦਾ। ਸ਼ਹੀਦਾਂ ਸਿੰਘਾਂ ਦਾ ਸਤਿਕਾਰ ਰਹਿੰਦੀ ਦੁਨੀਆ ਤੱਕ ਰਹੂਗਾ, ਉਹ ਚਾਹੇ ਮੇਰੇ ਫਾਦਰ ਸਾਹਿਬ ਸ਼ਹੀਦਾਂ ਦੀ ਕਤਾਰ 'ਚ ਸ਼ਹੀਦ ਆ। ਸੋ ਸਿੱਖ ਕੌਮ ਨੇ ਉਹਨਾਂ ਨੂੰ ਮਾਣ ਬਖਸ਼ਿਆ, ਸਾਡੇ ਵੀ ਵਾਹਿਗੁਰੂ ਨੇ ਘਰੇ ਦਾਤ ਬਖਸ਼ੀ ਆ। ਸਿੱਖੀ ਪ੍ਰਤੀ ਸਾਨੂੰ ਉਸ ਦਾ ਮਾਣ ਵੀ ਹੈ ਵੀ ਮੈਂ ਇੱਕ ਸ਼ਹੀਦ ਦਾ ਪੁੱਤਰ ਕਹਾਉਣੇ ਆ। ਯਾਦਗਾਰਾਂ ਸਿੱਖ ਸੰਗਤ ਆਪੇ ਬਣਾ ਦਿੰਦੀ। ਜੇ ਸਰਕਾਰਾਂ ਯਾਦਗਾਰਾਂ ਬਣਾਉਣ ਦੀ ਥਾਂ 'ਤੇ ਇਨਸਾਫ ਦਿੰਦੀਆਂ ਪਹਿਲਾਂ, ਤਾਂ ਯਾਦਗਾਰਾਂ ਅੱਜ ਨੂੰ ਹੋ ਸਕਦਾ ਸਰਕਾਰ ਨੇ ਇੱਕ ਬਣਾਈ ਆ, ਸਿੱਖ ਪੰਥ ਨੇ ਪਤਾ ਨਹੀਂ ਕਿੰਨੀਆਂ ਕੁ ਬਣਾ ਦੇਣੀਆਂ ਸੀ। ਸੋ ਯਾਦਗਾਰਾਂ ਦੀ ਲੋੜ ਨਹੀਂ ਆ। ਮੈਂ ਇਹੀ ਸਰਕਾਰਾਂ ਨੂੰ ਗੁਜ਼ਾਰਿਸ਼ ਕਰਦਾ, ਬੇਨਤੀ ਕਰਦਾ ਵੀ ਯਾਦਗਾਰਾਂ ਬਣਾਉਣ ਦੇ ਨਾਲ ਕੋਈ ਇਨਸਾਫ ਨਹੀਂ ਮਿਲਦੇ। ਉਹ ਜਦੋਂ ਯਾਦਗਾਰ ਬਣਦੀ ਦੇਖੀ ਆ ਵੀ ਇਨਸਾਫ ਅਧੂਰਾ, ਯਾਦਗਾਰ ਬਣੀ ਆ ਪਈ ਆ, ਬਿਲਡਿੰਗ ਪੂਰੀ ਕੀਤੀ ਪਈ ਆ, ਇਨਸਾਫ ਅਧੂਰਾ ਕਾਹਦੇ ਲਈ? ਇੱਕ ਲੋਕਾਂ ਦੇ ਵੋਟ ਬੈਂਕ ਲਈ। ਸੋ ਇਹੀ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਪਹਿਲਾਂ ਇਨਸਾਫ ਦਿਆ ਕਰੋ, ਬਾਅਦ 'ਚ ਯਾਦਗਾਰ ਬਣਾਇਆ ਕਰੋ। ਆਖਰੀ ਸਵਾਲ ਆਪਣਾ, ਟਾਈਮ ਬਹੁਤ ਲੈ ਲਿਆ ਆਪਾਂ ਤੁਹਾਡਾ, ਵੀ ਹੁਣ ਕੀ ਲੱਗਦਾ ਹੁਣ ਤੁਹਾਨੂੰ ਇਨਸਾਫ ਦੀ ਕਰਨ ਜਾਗੀ ਹੈ? ਕੀ ਲੱਗਦਾ ਵੀ ਹੁਣ ਇਨਸਾਫ ਸਾਨੂੰ ਮਿਲੂਗਾ, ਜਾਂ ਕਿਤੇ ਇਹ ਤਾਂ ਨਹੀਂ ਗਾ ਕਿ ਵੋਟਾਂ ਨੇੜੇ ਆ ਗਈਆਂ, ਇਹ ਵੋਟਾਂ ਦੀ ਰਾਜਨੀਤੀ ਦੇ ਵਿੱਚ ਹੀ ਜਿਹੜਾ ਸਮੇਟ ਕਰਿਆ ਜੀ? ਨਹੀਂ ਜੀ, ਜੇ ਆਫਿਸਰ ਚੰਗੇ ਹੋਣ ਤਾਂ ਇਨਸਾਫ ਜਲਦੀ ਮਿਲ ਸਕਦਾ। ਜਿਵੇਂ ਹੁਣ IG ਕੰਵਰ ਵਿਜੇ ਪ੍ਰਤਾਪ ਹੋਣੀ ਬਹੁਤ ਵਧੀਆ ਇਨਵੈਸਟੀਗੇਸ਼ਨ ਕਰ ਰਹੇ ਆ। ਇੱਦਾਂ ਦੇ ਚੰਗੇ ਆਫਿਸਰ ਹੋਣ ਜਿਹੜੇ 24 ਘੰਟੇ ਕੰਮ ਆਪਣਾ ਜਿਹੜਾ ਉਹ ਇਨਵੈਸਟੀਗੇਸ਼ਨ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਟਾਈਮ ਆ ਜਿਹੜਾ ਉਹ ਇੱਧਰ ਜਾ ਰਿਹਾ, ਇੱਦਾਂ ਦੇ ਆਫਿਸਰ ਹੋਣ ਤਾਂ ਬਹੁਤ ਜਲਦੀ ਇਨਸਾਫ ਮਿਲ ਸਕਦਾ। ਕਿਉਂਕਿ ਇਹਨਾਂ ਨੇ ਦੋਸ਼ੀ ਸਾਹਮਣੇ ਲਿਆਉਣੇ ਆ, ਸੰਗਤਾਂ ਦੇ ਕੰਮ ਕਰਨਾ, ਜੁਡੀਸ਼ਲੀ ਨੇ ਸਜ਼ਾ ਦੇਣੀ ਆ। ਅਤੇ ਜਿੱਥੇ ਜੱਜ ਵਿਕਾਊ ਹੋਣ ਜਿਹੜੇ ਦੇਸ਼ ਦੇ ਵਿੱਚ, ਉੱਥੇ ਇਨਸਾਫ ਬਹੁਤ ਘੱਟ ਮਿਲਦਾ। ਅਤੇ ਇਨਸਾਫ ਦੀ ਆਸ ਲੈ ਕੇ ਹੀ ਜੰਗ ਜਿਹੜੀ ਚੱਲ ਰਹੀ ਹੈ, ਤਾਂ ਇੱਕ ਜੰਗ ਆ ਉਹ ਸਾਡੇ ਵੱਲੋਂ ਜਾਰੀ ਆ, ਚੱਲ ਰਹੀ ਹੈ ਅਤੇ ਚੱਲੂਗੀ ਵੀ। ਜਿੰਨਾ ਟਾਈਮ ਸਾਹ ਚੱਲਦੇ ਆ ਉਹਨਾਂ ਟਾਈਮ ਜੰਗ ਚੱਲੂਗੀ। ਇਨਸਾਫ ਲੈ ਕੇ ਹੀ ਦਮ ਲਵਾਂਗੇ। ਤਾਂ ਇਹ ਸਨ ਕਿਸ਼ਨ ਭਗਵਾਨ ਸਿੰਘ, ਜਿਨ੍ਹਾਂ ਦੀ ਬਾਈਬਲ ਗੋਲੀकांड ਦੇ ਵਿੱਚ ਜਾਨ ਗਈ ਸੀਗੀ। ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਸ ਹਜੇ ਵੀ ਹੈਗੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ, ਕਿਉਂਕਿ ਜਿਹੜੀ ਬਾਈਬਲ ਕਲਾਂ ਅਤੇ ਕੋਟਕਪੂਰਾ ਗੋਲੀकांड ਦੀ ਜਿਹੜੀ ਅਗਵਾਈ ਕਰ ਰਹੀ ਹੈ ਸੈੱਟ, ਉਹਦੇ ਵਿੱਚ ਜਿਹਨੇ ਇਹਨਾਂ ਨੇ ਜ਼ਿਕਰ ਕੀਤਾ ਕੰਵਰ ਵਿਜੇ ਪ੍ਰਤਾਪ ਜਿਹੜੇ ਅਫਸਰ ਹੈ, ਉਹਨਾਂ 'ਤੇ ਜ਼ਰੂਰ ਇਹਨਾਂ ਨੂੰ ਹੈਗੀ ਹੈ ਇਨਸਾਫ ਦੀ ਕਿਰਨ ਹੈ ਵੀ ਉਹ ਇਨਸਾਫ ਜ਼ਰੂਰ ਦਵਾ ਕੇ ਰਹਿਣਗੇ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਇਸੇ ਤਰ੍ਹਾਂ ਹੀ ਇਨਸਾਫ ਲੈਣ ਲਈ ਜਿਹੜਾ ਲਗਾਤਾਰ ਆਪਦੀ ਆਸ ਬਣਾਈ ਰੱਖਣਗੇ। ਬਾਈਬਲ ਖੁਰਦ
ਫਰੀਦਕੋਟ ਤੋਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਗੁਰਜੀਤ ਰਮਾਣਾ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।